हाँ जी दोस्तों, ਤੁਹਾਡਾ ਸਭ ਦਾ ਟਰੂ ਫੈਕਟਸ ਫॉर ਜੌਬ ਚੈਨਲ ਦੇ ਉੱਤੇ ਸਵਾਗਤ ਹੈ ਤੇ ਹਰ ਤਰ੍ਹਾਂ ਦੀ ਸਟੀਕ ਤੇ ਸਹੀ ਇਨਫੋਰਮੇਸ਼ਨ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਦੋਸਤੋ, ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 28 ਤਰੀਕ ਨੂੰ ਸਕਰੂਟਨੀ ਹੋਈ ਸੀਗੀ, ਜਿਹੜੀ ਸਾਡੀ 28 ਤਰੀਕ ਨੂੰ ਸਕਰੂਟਨੀ ਹੋਈ ਸੀਗੀ, ਉਹਦੇ ਵਿੱਚ ਜਿਹੜੇ ਉਮੀਦਵਾਰ ਬੁਲਾਏ ਗਏ ਸੀ ਉਹ ਐਕਸ ਸਰਵਿਸਮੈਨ, SC RO ਐਕਸ ਸਰਵਿਸਮੈਨ, MNB ਐਕਸ ਸਰਵਿਸਮੈਨ, ਯਾਨੀ ਕਿ ਹਰ ਕੈਟਾਗਰੀ ਦੇ ਐਕਸ ਸਰਵਿਸਮੈਨ, ਆਜ਼ਾਦੀ ਘੁਲਾਟੀਏ, ਖਿਡਾਰੀ, ਸਾਬਕਾ ਫੌਜੀ ਅਤੇ ਵਿਜ਼ੂਅਲ ਇੰਪੇਅਰਡ, ਹੀਅਰਿੰਗ ਇੰਪੇਅਰਡ, ਆਰਥੋਪੈਡਿਕਲੀ ਡਿਸੇਬਲਡ ਐਂਡ ਇੰਟੈਲੈਕਚੁਅਲ ਡਿਸੇਬਿਲਿਟੀ ਵਾਲੇ ਜਿਹੜੇ ਬੁਲਾਏ ਗਏ ਸੀਗੇ। ਸਾਥੀਓ, ਮੈਂ ਸਾਰਾ ਕੁਝ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਸਾਥੀ ਕਹਿ ਰਹੇ ਆ ਵੀ ਮੈਰਿਟ ਜਿਹੜੀ ਆ ਉਹ 1 ਨੰਬਰ ਥੱਲੇ ਆ ਜਾਏਗੀ ਜਾਂ 2 ਨੰਬਰ ਥੱਲੇ ਆ ਜਾਏਗੀ। ਜਿਹੜੇ ਕਹਿ ਰਹੇ ਵੀ ਮੈਰਿਟ 2 ਨੰਬਰ ਥੱਲੇ ਆ ਜਾਏਗੀ ਜਾਂ 3 ਨੰਬਰ ਥੱਲੇ ਆ ਜਾਏਗੀ, ਪਹਿਲਾਂ ਤਾਂ ਮੈਂ ਉਹਨਾਂ ਵਾਸਤੇ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ, ਉਹਨਾਂ ਸਾਥੀਆਂ ਵਾਸਤੇ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ। ਹਾਂਜੀ ਦੋਸਤੋ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਖ-ਵੱਖ ਕੈਟਾਗਰੀਆਂ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ, ਉੱਥੇ ਮੈਂ ਇੱਦਾਂ ਲਿਖੀਆਂ ਹੋਈਆਂ ਨੇ ਅਤੇ ਆਪਣੇ ਨਾਲ ਕੈਂਡੀਡੇਟਸ ਗਏ ਹੋਏ ਸੀਗੇ SC RO ਐਕਸ ਸਰਵਿਸਮੈਨ ਦੇ, ਅਤੇ ਕਹਿ ਰਹੇ ਸੀਗੇ ਵੀ 50 ਦੇ ਕਰੀਬ ਹੀ ਜਿਹੜੇ SC ਐਕਸ ਸਰਵਿਸਮੈਨ ਸੀਗੇ ਅਤੇ MNB ਦੇ ਵੀ ਜਿਹੜੇ ਉਹ 20 ਦੇ ਕਰੀਬ ਹੀ ਸੀਗੇ, ਕਿਉਂਕਿ ਤੁਸੀਂ ਦੇਖਦੇ ਹੋ ਵੀ SC MNB ਦੀਆਂ ਪੋਸਟਾਂ ਦੇ ਵੈਸੇ ਵੀ ਡੀ ਰਿਜ਼ਰਵ ਹੋ ਜਾਂਦੀਆਂ ਨੇ ਅਤੇ ਉਹ SC ਕੈਟਾਗਰੀ ਵਿੱਚ ਜਿਹੜੀਆਂ RO ਵਿੱਚ ਚਲੀਆਂ ਜਾਂਦੀਆਂ ਨੇ। ਅਤੇ BC ਐਕਸ ਸਰਵਿਸਮੈਨ ਦੇ ਸਾਡੇ ਇੱਕ ਸਾਥੀ ਗਏ ਹੋਏ ਸੀਗੇ, ਉਹ ਦੱਸ ਰਹੇ ਸੀਗੇ ਕਿ 50 ਦੇ ਕਰੀਬ ਸੀਗੇ ਐਕਸ ਸਰਵਿਸਮੈਨ, ਪਰ ਮੈਂ ਫਿਰ ਵੀ 60 ਇੱਥੇ ਆਪਣਾ ਲਗਾ ਕੇ ਤੁਰਦਾ ਵੀ 60 ਗਏ ਹੋਣਗੇ। ਜਰਨਲ ਦੇ ਵੀ 200-250 ਦੱਸ ਰਹੇ ਸੀ, ਚਲੋ ਮੈਂ 250 ਮੈਕਸੀਮਮ ਐਵਰੇਜ ਮੰਨ ਲਈ। ਸਾਥੀਓ, ਇਹ ਸਾਰਾ ਕੁਛ ਦੇਖਣ ਤੋਂ ਬਾਅਦ ਮੈਂ ਤੁਹਾਨੂੰ ਕਹਿ ਰਿਹਾ ਹਾਂ ਵੀ ਇੰਨੀਆਂ ਪੋਸਟਾਂ ਇੱਧਰੋਂ ਫਿਲ ਹੋਣਗੀਆਂ ਅਤੇ ਵੈਕੈਂਟ ਦੇ ਵਿੱਚ ਜਿੰਨੀਆਂ ਬਚ ਗਈਆਂ 828, 1394 ਪੋਸਟਾਂ ਜਿਹੜੀਆਂ ਕੁੱਲ ਸੀਗੀਆਂ। ਅਤੇ 828 ਵੀ ਜੇ ਤੁਹਾਨੂੰ ਜ਼ਿਆਦਾ ਲੱਗਦੀਆਂ ਨੇ, ਜਿਵੇਂ ਮਿਨੀਮਮ ਲੈ ਕੇ ਤੁਰ ਰਿਹਾ ਸੀ ਮੈਂ, ਫਿਰ ਵੀ ਮੈਂ 828 ਤੋਂ 128 ਫਿਰ ਇੱਕ ਸਾਈਡ ਦੇ ਉੱਤੇ ਰੱਖ ਕੇ ਤੁਹਾਨੂੰ ਕਹਿ ਰਿਹਾ ਹਾਂ ਵੀ 700 ਪੋਸਟ ਹੈ ਜਿਹੜੀ ਉਹ ਪਹਿਲੇ ਦਿਨ ਦੇ ਵਿੱਚ ਹੀ ਜਿਹੜੀ ਬਚੀ ਹੋਈ ਆ, ਜਿਹੜੀ ਐਕਸ ਸਰਵਿਸਮੈਨ ਜਿਹੜੀਆਂ ਕੈਟਾਗਰੀ ਦੇ ਰਿਲੇਟਡ ਜਿਹੜੇ ਬੁਲਾਏ ਗਏ ਸੀਗੇ। ਕਿਉਂਕਿ ਸਾਥੀਓ, ਜਦੋਂ ਕੋਈ ਵੀ ਭਰਤੀ ਆਉਂਦੀ ਹੈ ਨਾ, ਅਤੇ ਇਹਨਾਂ ਦਾ ਜਿਹੜਾ ਕੋਟਾ ਫਿਕਸ ਹੁੰਦਾ ਆ ਵੀ 10% ਦੇਣਾ ਹੀ ਦੇਣਾ ਆ, ਇਹ ਮਤਲਬ ਇੱਕ ਰੇਸ਼ੋ ਫਿਕਸ ਹੁੰਦੀ ਹੈ ਕੋਟੇ ਦੀ। ਅਤੇ ਇਸ ਤਰ੍ਹਾਂ ਕੋਟਾ ਹੈ, ਇੱਥੇ ਕੈਂਡੀਡੇਟਸ ਨਾਲ ਕੋਈ ਮਤਲਬ ਨਹੀਂ ਹੁੰਦਾ ਕਿੰਨੇ ਹੈ ਅਤੇ ਕਿੰਨੇ ਨਹੀਂ ਆ, ਇੱਕ ਕੈਟਾਗਰੀ ਹੁੰਦੀ ਹੈ, ਇਸ ਲਈ ਸਾਰੇ ਬੁਲਾ ਰਹੇ ਗਏ ਸੀ। ਅਤੇ ਇੱਕ ਦਿਨ ਦੇ ਵਿੱਚ ਉੱਥੇ ਤੁਸੀਂ ਜਿਹੜੇ ਗਏ ਹੋਏ ਸੀ, ਤੁਸੀਂ ਵੇਖ ਹੀ ਸਕਦੇ ਹੋ ਵੀ 700 ਜਾਂ 800 ਦੇ ਕਰੀਬ ਸੀਗੇ, ਅਤੇ ਕਈ ਉਹਨਾਂ ਵਿੱਚੋਂ ਐਲੀਜੀਬਲ ਸੀਗੇ, ਕਈ ਜਿਹੜੇ ਉਹ ਵੀ ਅਨਐਲੀਜੀਬਲ ਉਹਦੇ ਵਿੱਚੋਂ ਵੀ ਪਾਏ ਜਾਣਗੇ, ਜਿਹੜਿਆਂ ਦੇ ਵੈਲਿਡ ਪ੍ਰੂਫ ਨਹੀਂ ਹੋਣਗੇ ਜਾਂ ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ETT ਜਾਂ BA ਜਾਂ ਕੁਛ ਵੀ ਮਤਲਬ 2 ਨੰਬਰ ਦਾ ਜਿਹੜਾ ਕੁਛ ਵੀ ਪਾਇਆ ਜਾਏਗਾ। ਅਤੇ ਦੋਸਤੋ, ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਇੱਦਾਂ ਸਾਰਾ ਕੁਛ ਕੱਢਣ ਤੋਂ ਬਾਅਦ ਜੇ ਅਸੀਂ 700 ਪੋਸਟਾਂ ਨੂੰ ਵੱਖਰੀਆਂ ਰੱਖ ਕੇ ਦੇਖਦੇ ਹਾਂ ਅਤੇ BC ਨੂੰ 1000 ਦੇ ਕਰੀਬ ਜਿਹੜੀ ਪੋਸਟ ਆ ਜਾਂਦੀ ਹੈ। BC ਐਕਸ ਸਰਵਿਸਮੈਨ 73 ਇੱਧਰ ਆ ਰਹੀ ਹੈ, ਬਾਕੀ ਇੱਧਰੋਂ ਜਿਹੜੀਆਂ ਪੋਸਟਾਂ 66, 67 ਇਹਨਾਂ ਦੇ ਵਿੱਚੋਂ ਵੀ ਕੁਛ ਪਾ ਕੇ ਅਸੀਂ 30 ਕੁ ਪੋਸਟਾਂ ਲੈ ਕੇ ਤੁਰਦੇ ਹਾਂ BC ਕੈਟਾਗਰੀ ਵਾਸਤੇ ਵੀ, 250 ਦੇ ਵਿੱਚੋਂ ਜਾਂ 300 ਦੇ ਵਿੱਚੋਂ ਸਿਰਫ 30 ਪੋਸਟਾਂ 300 ਦੇ ਵਿੱਚੋਂ, ਅਤੇ ਫਿਰ 100 ਕੁ ਪੋਸਟ BC ਦੀ ਬਣ ਜਾਂਦੀ ਹੈ। SC RO ਦੀ ਵੀ 83, MNB ਦੀਆਂ 113 ਵਿੱਚ ਕਨਵਰਟ ਕਰਕੇ, ਸਪੋਰਟਸ ਦੀਆਂ ਵੀ ਇੱਧਰੋਂ 28, 23 ਕਰਕੇ ਅਸੀਂ ਦੇਖਦੇ ਹਾਂ ਵੀ 247 ਦੇ ਕਰੀਬ ਪੋਸਟਾਂ ਜਿਹੜੀਆਂ ਬਣ ਰਹੀਆਂ ਨੇ। ਜਰਨਲ ਦੀਆਂ ਵੀ 300 ਦੇ ਕਰੀਬ ਬਣ ਰਹੀਆਂ ਨੇ, 215 ਇੱਦਾਂ। ਅਤੇ ਅਜੇ ਖਿਡਾਰੀ ਨੇ ਸਪੋਰਟਸ ਵਿੱਚ, ਸਾਰੇ ਵੀ ਖਿਡਾਰੀ ਨਹੀਂ ਹੁੰਦੇ, ਤੁਹਾਨੂੰ ਪਤਾ ਹੀ ਆ ਵੀ ਕਿੰਨੇ ਕੁ ਖਿਡਾਰੀ ਜਾਂਦੇ ਨੇ ਜਿਹੜੇ ਕਿ ETT ਵੀ ਕਰਦੇ ਨੇ ਬਾਅਦ ਵਿੱਚ ਅਤੇ ਟੈਟ ਵੀ ਪਾਸ ਕਰਦੇ ਨੇ, ਅਤੇ ਫਿਰ ਜਿਹੜੇ ਖਿਡਾਰੀ ਆ ਉਹ ਪੜ੍ਹਨਗੇ ਆ ਕੇ। ਅਤੇ ਦੋਸਤੋ, ਜ਼ਿਆਦਾ ਨਹੀਂ ਹੁੰਦੇ, ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਇਹਦੇ ਵਿੱਚੋਂ ਜਰਨਲ ਦੀਆਂ ਵੀ 70 ਕੁ ਖਿਡਾਰੀ ਮੰਨ ਕੇ ਤੁਰਿਆ, ਅਤੇ 300 ਦੇ ਕਰੀਬ ਜਿਹੜੀ ਉਹ ਜਰਨਲ ਦੀ ਪੋਸਟ ਵੀ ਬਚੀ ਹੋਈ ਹੈ। ਅਤੇ ਇਹ ਤਾਂ ਉਹਨਾਂ ਸਾਥੀਆਂ ਵਾਸਤੇ ਜਿਹੜੇ ਕਹਿ ਰਹੇ ਆ ਮੈਰਿਟ 2 ਨੰਬਰ ਆ ਜਾਏਗੀ ਜਾਂ 3 ਨੰਬਰ ਥੱਲੇ ਜਾਏਗੀ। ਸਾਥੀਓ, BC ਦੀ ਜੇ ਇੱਧਰ ਇਹ ਉਹ ਪੋਸਟਾਂ ਨੇ ਜਿਹਦੇ ਉੱਤੇ ਅਜੇ ਬੱਚੇ ਬੁਲਾਏ ਨਹੀਂ ਗਏ। 6635 ਦੇ ਵਿੱਚੋਂ 1394 ਮਾਈਨਸ ਕਰਕੇ 5241 ਦੇ ਕਰੀਬ ਪੋਸਟਾਂ ਦੇ ਉੱਤੇ ਬੱਚੇ ਸੱਦੇ ਗਏ ਨੇ 29 ਤੋਂ ਬਾਅਦ। ਇਹ ਉਹ ਪੋਸਟਾਂ ਨੇ ਜਿਹਦੇ ਉੱਤੇ ਅਜੇ ਬੱਚੇ ਬੁਲਾਏ ਨਹੀਂ, ਜਿਨ੍ਹਾਂ ਦੀ ਲਿਸਟ ਅਜੇ ਪੈਣੀ ਹੈ। ਸਾਥੀਓ, 300 ਨੰਬਰ ਪਿੱਛੇ ਜਰਨਲ ਦੇ 2 ਨੰਬਰ 'ਤੇ ਮੈਰਿਟ ਜਿਹੜੀ ਉਹ ਥੱਲੇ ਜਾ ਸਕਦੀ ਹੈ। SC MNB ਦੀ 3 ਨੰਬਰ ਚੱਲ ਜਾਏਗੀ, SC ਦੀ ਵੀ, ਅਤੇ BC ਦਾ ਵੀ 1 ਜਾਂ 2 ਨੰਬਰ ਦੇ ਤਕਰੀਬਨ ਚੱਲ ਹੀ ਜਾਏਗੀ। ਬਾਕੀ ਦੇਖੋ ਕੈਂਡੀਡੇਟ ਦੇ ਹਿਸਾਬ ਨਾਲ ਕਿੰਨੀ ਜਾਂਦੀ ਹੈ। ਇਹ ਜੋ ਸਾਹਮਣੇ ਵਿਸ਼ਲੇਸ਼ਣ ਸੀਗਾ ਜੋ ਮਤਲਬ ਨਿਕਲ ਕੇ ਆ ਰਿਹਾ, ਉਹ ਮੈਂ ਤੁਹਾਨੂੰ ਦੱਸ ਦਿੱਤਾ ਆ ਕਿ ਇਹ ਉਹ 700 ਪੋਸਟਾਂ ਨੇ ਜਿਹਦੇ ਉੱਤੇ ਅਜੇ ਕੈਂਡੀਡੇਟ ਨੂੰ ਬੁਲਾਇਆ ਜਾਣਾ ਹੈ, ਜਿਹੜੀਆਂ ਕਿ ਖਾਲੀ ਪਈਆਂ ਨੇ। ਇਹਦੇ ਉੱਤੇ ਕੋਈ 1 ਗੁਣਾ 1.5 ਗੁਣਾ ਜਿੰਨੇ ਵੀ ਆ ਉਹ ਬੁਲਾਏ ਜਾਣੇ ਨੇ।
ਤੇ ਜਿਹੜੀ ਦੂਸਰੀ ਗੱਲ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਹਾਂਜੀ, ਜਿਹੜੀ ਦੂਸਰੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜਿਸ ਹਿਸਾਬ ਨਾਲ ਨੋਟੀਫਿਕੇਸ਼ਨ ਵਿੱਚ ਲਿਖਿਆ ਹੋਇਆ ਆ ਵੀ ਕੋਈ ਵੀ ਉਮੀਦਵਾਰ ਜਿਹੜਾ ਲਿਖਤੀ ਟੈਸਟ ਲਿਆ ਗਿਆ ਹੈ ਵਿਗਿਆਪਨ ਅਨੁਸਾਰ ਨਿਰਧਾਰਿਤ ਵਿਦਿਅਕ ਯੋਗਤਾ ਦੇ ਅਨੁਸਾਰ, ਅਤੇ ਵਿਗਿਆਪਨ ਅਨੁਸਾਰ ਜਿਹੜੀ ਯੋਗਤਾ ਆ ਉਹ ਤਾਂ ETT ਨਰੋਲ ETT ਹੈ, ਪਰ B.Ed ਉਦੋਂ ਤੱਕ ਸਾਡੀਆਂ ਪੋਸਟਾਂ ਦੇ ਵਿੱਚ ਹੈ ਜਦੋਂ ਤੱਕ NCTE ਦੀ ਗਾਈਡਲਾਈਨ ਦਾ ਕੋਈ ਪੁਖਤਾ ਹੱਲ ਨਹੀਂ ਹੁੰਦਾ। ਅਤੇ NCTE ਦੀ ਗਾਈਡਲਾਈਨ ਨੂੰ ਲੈ ਕੇ ਕੱਲ੍ਹ ਜਲੰਧਰ ਵਿਖੇ ਪ੍ਰੋਟੈਸਟ ਕੀਤਾ ਗਿਆ ਸੀਗਾ, ਅਤੇ ਜਲਦੀ ਹੀ ਹੋਰ ਵੀ ਜਿਹੜੇ ਪ੍ਰੋਗਰਾਮ ਆ ਉਹ ਯੂਨੀਅਨ ਵੱਲੋਂ ਲਾਏ ਜਾਣਗੇ। ਅਤੇ ਯੂਨੀਅਨ ਦਾ ਵੀ ਸਾਥ ਬਣਾ ਕੇ ਰੱਖੋ ਜੇ ਤੁਸੀਂ ਚਾਹੁੰਦੇ ਹੋ ਵੀ B.Ed ਜਿਹੜੀ ਆ B.Ed ਕੈਂਡੀਡੇਟਸ ਨੇ ਉਹ ਆਪਣੀਆਂ B.Ed ਦੀਆਂ ਪੋਸਟਾਂ 'ਚ ਹੀ ਜਾਣ, ਅਤੇ NCTE ਦੀ ਗਾਈਡਲਾਈਨ ਦੇ ਵਿੱਚ ਯੂਨੀਅਨ ਦਾ ਸਾਥ ਦਿਓ ਤਾਂ ਕਿ ETT ਦਾ ਹੱਕ ETT ਨੂੰ ਮਿਲ ਸਕੇ। ਅਤੇ ਜਿਹੜੇ B.Ed ਵਾਲੇ ਸਾਥੀ ਨੇ ਉੱਧਰ ਆਪਣੀਆਂ ਪੋਸਟਾਂ ਜਿਹੜੀਆਂ ਮਨੀਸ਼ ਭਾਜੀ ਟੈਂਕੀ ਦੇ ਉੱਤੇ ਬੈਠੇ ਹੋਏ ਨੇ ਇੰਨੇ ਦਿਨਾਂ ਤੋਂ, ਉਹਨਾਂ ਦਾ ਸਹਿਯੋਗ ਦਿਓ ਜਾ ਕੇ, ਪੋਸਟਾਂ ਤੁਹਾਡੀਆਂ ਵੀ ਆ ਜਾਣਗੀਆਂ। ਬਸ ਉੱਥੇ ਸਾਥ ਦੀ ਕਮੀ ਹੈ, ਇਸ ਲਈ ਆਪਣੇ ਵੀ ਉੱਥੇ ਸਹਿਯੋਗ ਦਿਓ ਜਾ ਕੇ, ਤੁਹਾਡੀਆਂ ਪੋਸਟਾਂ ਆ ਜਾਣਗੀਆਂ। ਬਾਕੀ ਇੱਧਰ ETT ਦਾ ਹੱਕ ਆ ਜਿਹੜਾ ETT ਨੂੰ ਮਿਲੇਗਾ। ਸਾਥੀਓ, ਜੇ ETT ਦਾ ਹੱਕ ETT ਨੂੰ ਮਿਲਦਾ ਹੈ, ਜੇਕਰ B.Ed ਬਾਹਰ ਹੋ ਜਾਂਦੀ ਆ, ਜਿਨ੍ਹਾਂ ਨੇ ਕਈਆਂ ਨੇ ਡਿਗਰੀਆਂ BA ਦੀਆਂ ਡਿਗਰੀਆਂ ਦੀ ਗੱਲ ਚੱਲੀ ਸੀਗੀ, ETT ਦੀਆਂ ਜਾਲੀ ਡਿਗਰੀਆਂ ਦੀ ਗੱਲ ਚੱਲੀ ਸੀਗੀ, ਜੇ ਕਿਸੇ ਨੇ ਵਾਕਿਆ ਹੀ ਸਹੀ ਮਾਇਨੇ ਵਿੱਚ BA ਸਹੀ ਅਤੇ ਦਰੁਸਤ ਤਰੀਕੇ ਨਾਲ ਕੀਤੀ ਹੋਈ ਹੈ, ਤੁਸੀਂ ਫਿਰ ਚਾਹੇ UP ਤੋਂ ਕੀਤੀ ਹੈ, ਚਾਹੇ ਕੀਤੀ ਹੈ ਪੱਛਮ ਬੰਗਾਲ 'ਚੋਂ, ਅਤੇ ਚਾਹੇ ਕੀਤੀ ਹੈ ਤਾਮਿਲਨਾਡੂ 'ਚੋਂ, ਅਤੇ ਚਾਹੇ ਕੀਤੀ ਹੈ ਛੱਤੀਸਗੜ੍ਹ ਤੋਂ, ਅਤੇ ਜੇ ਤੁਸੀਂ ਸਹੀ ਮਾਇਨੇ ਵਿੱਚ ਪੇਪਰ ਦਿੱਤੇ ਨੇ, ਲੀਗਲ ਤੌਰ ਦੇ ਉੱਤੇ ਤੁਸੀਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ, ਅਤੇ ਤੁਹਾਡੇ ਨੰਬਰ ਪੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਜੇਕਰ ਤੁਹਾਡੇ ਕੋਲ ਸਾਰੇ ਪ੍ਰੂਫ ਤੁਹਾਡੇ ਕੋਲ ਨੇ ਜਿਹੜੇ ODL ਪ੍ਰੋਗਰਾਮ ਦੇ ਵਿੱਚ ਮੰਗੇ ਗਏ ਨੇ ਡਿਪਾਰਟਮੈਂਟ ਵੱਲੋਂ। ਅਤੇ ਪਰ ਜੇਕਰ ਸਾਥੀਓ ਤੁਹਾਡੇ ਕੋਲ ਪ੍ਰੂਫ ਨਹੀਂ ਹਨ ਅਤੇ ਤੁਸੀਂ ਫਰੋਡ ਤਰੀਕੇ ਦੇ ਨਾਲ ਪੈਸੇ ਦੇ ਕੇ ਜਾਂ ਕਿਸੇ ਤਰੀਕੇ ਨਾਲ ਡਿਗਰੀਆਂ ਬਣਾਈਆਂ ਨੇ, ਫਿਰ ਤਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਵੇਗਾ। ਅਤੇ ਦੂਸਰੀ ਗੱਲ ਆ, ਫਿਰ ਤੁਹਾਡੇ ਉੱਤੇ ਬਣਦੀ ਜਿਹੜੀ ਉਚਿਤ ਕਾਰਵਾਈ ਵੀ ਡਿਪਾਰਟਮੈਂਟ ਵੱਲੋਂ ਕੀਤੀ ਜਾਵੇਗੀ, ਜਿਹੜੀ ਕਿ ਲਿਖੀ ਹੋਈ ਹੈ ਇਹਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ। ਇਸ ਲਈ ਸਾਥੀਓ, ਦਰੁਸਤ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਣ ਵੀ ਭਰਤੀ ਜਿਹੜੀ ਸਿਰੇ ਚੜ੍ਹੇਗੀ ਅਤੇ ਪੱਕਾ ਚੜ੍ਹੇਗੀ। ਅਤੇ ਤੁਹਾਨੂੰ ਦੇਖ ਰਹੇ ਵੀ ਜੇ B.Ed ਬਾਹਰ ਜਾਂਦੀ ਆ, ਮੈਰਿਟ ਤਾਂ ਵੀ ਡਾਊਨ ਹੁੰਦੀ ਆ। ਉਸ ਤੋਂ ਬਾਅਦ ਜੇ ਇਹ ਵਾਲੇ ਕੈਂਡੀਡੇਟਸ ਬਾਹਰ ਜਾਂਦੇ ਨੇ ਜਿਨ੍ਹਾਂ ਨੇ 5-5 ਨੰਬਰ ਜਾਂ 3-3 ਨੰਬਰ ਜਿਹੜੇ BA ਦੇ ਪਏ ਹੋਏ ਨੇ ਗਲਤ ਤਰੀਕੇ ਦੇ ਨਾਲ, ਜਿਹਨੇ ਗਲਤ ਡਿਗਰੀਆਂ ਜਿਹੜੀਆਂ ਫਰੋਡ ਤਰੀਕੇ ਨਾਲ ਆਈਆਂ ਹੋਈਆਂ ਨੇ। ਬਾਕੀ ਦੂਸਰੀ ਗੱਲ, ਜਿੱਦਾਂ ਕਹਿ ਰਹੇ ਸੀ ਕਈਆਂ ਨੇ ETT ਦੇ ਸਰਟੀਫਿਕੇਟ ਵੀ ਜਿਹੜੇ ਆ ਉਹ ਡੁਪਲੀਕੇਟ ਬਣਾਏ ਹੋਏ ਨੇ ਜਾਂ ਜੈਲੀ ਬਣਾਏ ਹੋਏ ਨੇ, ਕਿਉਂਕਿ ਟੈਟ ਕਈ ਵੈਸੇ ਪਹਿਲਾਂ ਫਿਲ ਕਰ ਲੈਂਦੇ ਨੇ, ਜਦੋਂ ਟੈਟ ਕਲੀਅਰ ਹੋ ਗਿਆ, ਪੋਸਟਾਂ ਆ ਗਈਆਂ ਅਤੇ ਬੈਕ ਡੇਟ ਤੋਂ ਸਰਟੀਫਿਕੇਟ ਵੀ ਆਪਣੇ ਬਣਾ ਲਏ, ਉਹ ਵੀ ਬਾਹਰ ਹੋਣਗੇ। ਠੀਕ ਹੈ ਜੀ, B.Ed ਵਾਲੇ ਬਾਹਰ ਹੋ ਗਏ, ਜਾਲੀ ਡਿਗਰੀਆਂ BA ਵਾਲੇ ਵੀ ਬਾਹਰ ਹੋ ਗਏ, ਕੁਛ ETT ਵਾਲੇ ਹੈ ਨਾ, ਜਿਨ੍ਹਾਂ ਨੇ ਗਲਤ ਸਰਟੀਫਿਕੇਟ ਬਣਾਏ ਹੋਏ ਨੇ ਜਾਲੀ ਡਿਗਰੀਆਂ, ਉਹ ਵੀ ਬਾਹਰ ਹੋ ਜਾਣਗੇ। ਉਸ ਤੋਂ ਬਾਅਦ ਸਾਥੀਓ ਗੱਲ ਆਉਂਦੀ ਆ ਵੀ ਜਿਹੜੀ ਸਿੱਧੀ ਅਤੇ ਸਹੀ ਆ ਵੀ ਜਿਨ੍ਹਾਂ ਨੇ ਟੈਟ, ਜਿੱਦਾਂ ਮੰਨ ਲਓ ਤੁਹਾਡਾ ਬੈਚ ਸੀਗਾ, ਤੁਸੀਂ ਜਨਵਰੀ ਮਹੀਨੇ ਅਜੇ ETT ਦੇ ਵਿੱਚ ਐਡਮਿਸ਼ਨ ਲਈ ਹੈ, ਟੈਟ ਤੁਸੀਂ ਅਪ੍ਰੈਲ ਮਹੀਨੇ ਕਲੀਅਰ ਕਰ ਲਿਆ, ਤੁਹਾਡਾ ਪਹਿਲੇ ਸਾਲ 'ਚ ਹੀ ਟੈਟ ਕਲੀਅਰ ਹੋ ਗਿਆ। ਸਾਥੀਓ, ਪਹਿਲੇ ਸਾਲ ਵਿੱਚ ਜਿਹੜਾ ਟੈਟ ਕਲੀਅਰ ਆ ਉਹ ਵੈਲਿਡ ਨਹੀਂ ਮੰਨਿਆ ਜਾਏਗਾ। ਜਦੋਂ ਤੁਸੀਂ ਸਕਰੂਟਨੀ ਕਰਾਉਣ ਗਏ ਸੀਗੇ, ਕਿਤੇ ਵੀ ਜਾ ਕੇ ਪਤਾ ਕਰ ਲਿਓ, ਜਿਹੜਾ ਤੁਹਾਡੇ ਡਾਈਟ ਦੇ ਵਿੱਚ ਟੀਚਰ ਆ ਜਾਂ ਕੋਈ ਵੀ ਜਿਹੜਾ ਸਹੀ ਨੌਲੇਜ ਰੱਖਦਾ ਉਹਨੂੰ ਪੁੱਛ ਲਿਓ ਕਿ ਪਹਿਲੇ ਸਾਲ ਦੇ ਵਿੱਚ ਨਾ ETT ਦਾ ਟੈਟ ਵੈਲਿਡ ਹੈ ਅਤੇ ਨਾ ਹੀ B.Ed ਦਾ ਵੈਲਿਡ ਹੈ। ਟੈਟ ਦੇਣ ਵਾਸਤੇ ਐਲੀਜੀਬਿਲਟੀ ਹੈ ਵੀ ਤੁਹਾਡਾ 1 ਸਾਲ ਜਿਹੜਾ ਕੋਰਸ ਦਾ ਕੰਪਲੀਟ ਹੋਣਾ ਚਾਹੀਦਾ ਆ, ਅਤੇ ਤੁਸੀਂ ਦੂਜੇ ਸਾਲ ਦੇ ਵਿੱਚ ਜਿਹੜਾ ਆਪਣਾ ਪੇਪਰ ਉਹ ਦੇ ਸਕਦੇ ਹੋ ਟੈਟ ਦਾ, ਫਿਰ ਹੀ ਉਹਨੂੰ ਵੈਲਿਡ ਮੰਨਿਆ ਜਾਵੇਗਾ। ਅਤੇ ਜੇਕਰ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਸਹੀ ਹੋ ਤਾਂ ਤੁਹਾਨੂੰ ਕੋਈ ਬਾਹਰ ਨਹੀਂ ਕੱਢ ਸਕਦਾ, ਪਰ ਜੇ ਤੁਸੀਂ ਨਹੀਂ ਹੋ ਸਹੀ ਤਾਂ ਤੁਹਾਨੂੰ ਕੋਈ ਰੱਖ ਨਹੀਂ ਸਕਦਾ, ਜਿੱਥੋਂ ਤੱਕ ਮਰਜ਼ੀ ਜ਼ੋਰ ਲਾ ਲਿਓ। ਇਸ ਲਈ ਸਾਥੀਓ, ਉਹ ਵੀ ਸਾਥੀ ਜ਼ਰੂਰ ਬਾਹਰ ਹੋਣਗੇ ਜਿਨ੍ਹਾਂ ਨੇ ਟੈਟ ਪਹਿਲੇ ਸਾਲ ਦੇ ਵਿੱਚ ਕਲੀਅਰ ਕੀਤਾ ਹੋਇਆ ਹੈ, ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ। ਬਾਕੀ ਤੁਸੀਂ ਦੇਖ ਸਕਦੇ ਹੋ ਵੀ ਜੇ 3-4 ਕੰਡੀਸ਼ਨਾਂ ਇਹ ਵੀ ਲੱਗ ਜਾਂਦੀਆਂ ਨੇ ਅਤੇ ਮੈਰਿਟ ਹੋਰ ਵੀ ਡਾਊਨ ਜਾਏਗੀ। ਮੈਂ ਤੁਹਾਨੂੰ ਪੱਕਾ ਸਪਸ਼ਟੀਕਰਨ ਨਹੀਂ ਦੇ ਸਕਦਾ ਵੀ ਮੈਰਿਟ ਕਿੰਨੀ ਜਾਏਗੀ, ਕਿਉਂਕਿ ਇਸ ਟਾਈਮ ਦੇ ਉੱਤੇ ਅੰਦਾਜ਼ੇ ਹੀ ਨੇ। ਜਦੋਂ ਜਰਨਲ ਦੀ ਕਾਉਂਸਲਿੰਗ ਹੋ ਜਾਵੇਗੀ 10 ਤਰੀਕ ਤੱਕ, ਜਰਨਲ ਦੀਆਂ ਲਿਸਟਾਂ ਤੋਂ ਮਾਪਦੰਡ ਲਾ ਕੇ ਅਸੀਂ ਪਤਾ ਲਗਾ ਸਕਦੇ ਹਾਂ ਵੀ ਮੈਰਿਟ ਕਿੰਨੀ ਡਾਊਨ ਜਾਵੇਗੀ। ਫਿਰ BC ਦੀ 2 ਦਿਨ ਦੀ ਕਾਉਂਸਲਿੰਗ ਹੋਏਗੀ, ਉੱਥੋਂ ਪਤਾ ਲੱਗ ਜਾਏਗਾ। SC ਦੀ ਹੋਏਗੀ, ਉਹਨਾਂ ਤੋਂ ਪਤਾ ਲੱਗ ਜਾਏਗਾ ਵੀ ਮੈਰਿਟ ਕਿੰਨੀ ਜਾਣੀ ਹੈ ਅਤੇ ਕੀ ਹੋਣਾ ਹੈ। ਬਾਕੀ ਸਾਥੀਓ, 20 ਜਨਵਰੀ ਤੱਕ ਇੰਤਜ਼ਾਰ ਕਰੋ। ਪਹਿਲਾਂ ਤਾਂ ਕੇਸ ਦਾ ਕਰੋ NCT ਦੇ, ਯੂਨੀਅਨ ਦਾ ਸਹਿਯੋਗ ਦਿਓ। ਅਤੇ ਦੂਜੀ ਜਿਹੜੀ ਗੱਲ ਹੈ ਵੀ ਤੁਸੀਂ 20 ਜਨਵਰੀ ਤੋਂ ਬਾਅਦ ਤੁਹਾਡੀ ਸੈਕਿੰਡ ਲਿਸਟ ਵੀ ਜ਼ਰੂਰ ਆਏਗੀ ਅਤੇ 100% ਸ਼ਿਓਰ ਆਵੇਗੀ। ਆ ਜਿਹੜੀ ਡਿਗਰੀਆਂ ਜਾਂ ਕੁਛ ਵੀ ਜੇ ਇਹ ਗਲਤ ਨਿਕਲਦੀਆਂ ਨੇ ਕਈਆਂ ਦੀਆਂ, ਜਿਹੜੇ ਅਨਐਲੀਜੀਬਲ ਨੇ ਉਹਨਾਂ ਨੂੰ, ਅਤੇ ਉਹਨਾਂ ਦੀ ਤਾਂ ਆ ਜਾਏਗੀ ਪਹਿਲਾਂ ਹੀ।
ਤੇ ਜਦੋਂ NCT ਦੀ ਗਾਈਡਲਾਈਨ ਦਾ ਫੈਸਲਾ ਵੀ ਸਾਡੇ ਹੱਕ 'ਚ ਆ ਗਿਆ ਤੇ ਬੀਐਡ ਨੂੰ ਆਊਟ ਕਰਨ ਤੋਂ ਬਾਅਦ ਵੀ ਸਾਡੀਆਂ ਜਿਹੜੀਆਂ ਲਿਸਟਾਂ ਹੋਰ ਡਾਊਨ ਜਾਣਗੀਆਂ। ਤੇ ਇੰਨਾ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਵੀ ਇਹ ਸਾਰੇ ਕੰਮ ਹੋ ਜਾਂਦੇ ਨੇ ਤੇ ਜਨਰਲ ਦੀ ਮੈਰਿਟ ਜਿਹੜੀ ਆ ਉਹ 59 ਜਾਂ 60 ਦੇ ਕਰੀਬ ਆ ਜਾਏਗੀ। ਜਿਹੜੀ SC ਦੀ ਮੈਰਿਟ ਹੈ ਉਹ 45 ਦੇ ਕਰੀਬ ਆਏਗੀ ਤੇ ਜਿਹੜੀ BC ਦੀ ਮੈਰਿਟ ਹੈ ਉਹ ਵੀ 50 ਤੱਕ ਆ ਜਾਵੇਗੀ। ਤੇ EWS ਹੈ ਜਿਹੜਾ, ਜੇ BC ਦੀ 50 ਜਾਂਦੀ ਆ ਤੇ EWS ਦੀ ਵੀ 53 ਜਾਂ 54 ਦੇ ਕਰੀਬ ਚਲੀ ਹੀ ਜਾਵੇਗੀ, ਕਿਉਂਕਿ 2364 ਦੇ ਵਿੱਚ ਵੀ ਜਿਹੜੀ EWS ਦੀ ਮੈਰਿਟ ਹੈ ਉਹ BC ਤੋਂ 2 ਨੰਬਰ ਵੱਧ ਗਈ ਸੀ, ਨਹੀਂ ਘੱਟ ਗਈ ਸੀ। ਇਸ ਤੇ EWS ਦੀ ਮੈਰਿਟ BC ਤੋਂ ਡਾਊਨ ਜਾਵੇਗੀ। BC ਦੀ ਤੁਸੀਂ ਜੇ 52 ਲਾ ਕੇ ਤੁਰਦੇ ਹੋ, BC ਦੀ ਵੈਸੇ 52 ਦੇ ਤਕਰੀਬਨ ਜਿਹੜੀ ਜਾਣ ਦੀ ਚਾਂਸ ਹੈਗੇ ਨੇ ਤੇ EWS ਦੀ 50 ਤੱਕ ਚਲੀ ਜਾਵੇਗੀ। ਇਸ ਲਈ ਸਾਥੀਓ ਸਾਥ ਬਣਾ ਕੇ ਰੱਖੋ। ਬਾਕੀ ਤੁਹਾਨੂੰ ਮੈਂ ਇਹ ਵੀ ਦੱਸ ਦੇਣਾ ਚਾਹਾਂਗਾ ਵੀ ਜਿਨ੍ਹਾਂ ਦੇ ਨੰਬਰ ਬਹੁਤੇ ਹੀ ਘੱਟ ਨੇ, ਜਿਹਦੇ ਨੰਬਰ 40 ਤੋਂ ਵੀ ਘੱਟ ਨੇ, ਉਹਦੇ ਲਈ 2364 ਦਾ ਜੇ ਹੱਲ ਹੋ ਜਾਂਦਾ ਆ ਯੂਨੀਅਨ ਵੱਲੋਂ, ਜੇ 2364 ਦਾ ਹੱਲ ਕਰਾ ਲਿਆ ਜਾਂਦਾ ਆ ਜਾਂ ਵਿੱਚ ਪੋਸਟਾਂ ਜਿਹੜੀਆਂ 2364 ਮਰਜ ਹੋ ਜਾਂਦੀਆਂ ਨੇ 66 35 ਦੇ, ਫਿਰ ਤੇ ਜਿਹੜੇ 40 ਤੋਂ ਥੱਲੇ ਕੈਂਡੀਡੇਟਸ ਨੇ ਉਹਨਾਂ ਦੀ ਵੀ ਉਮੀਦ ਵੱਧ ਜੇਗੀ ਵੀ ਇੱਥੋਂ ਤੱਕ ਵੀ ਸਾਡੀ ਜਿਹੜੀ ਮੈਰਿਟ ਆ ਉਹ ਜਾ ਸਕਦੀ ਆ। ਫਿਰ ਤੇ ਕੋਈ ਵੀ ਕੈਂਡੀਡੇਟ ETT ਦਾ ਨਹੀਂ ਰਹੇਗਾ। ਪਰ ਉਹਦੇ ਤੋਂ ਪਹਿਲਾਂ NCT ਦਾ ਜਿਹੜਾ ਰੂਲ ਆ ਉਹਨੂੰ ਅਮੈਂਡ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਤੇ ਸਾਡਾ ਹਰ ਇੱਕ ETT ਦਾ ਜਿਹੜਾ ਕੈਂਡੀਡੇਟ ਆ ਉਹ ਨੌਕਰੀ ਉੱਤੇ ਲੱਗ ਜਾਵੇਗਾ। ਤੇ ਬਾਕੀ 59-94 ਪੋਸਟ ਆ ਰਹੀ ਆ। ਜਿਨ੍ਹਾਂ ਸਾਥੀਆਂ ਦੇ ਨੰਬਰ ਘੱਟ ਨੇ, ਜਿਨ੍ਹਾਂ ਦੇ ਸਹੀ ਮਾਇਨੇ ਵਿੱਚ ਜਿਨ੍ਹਾਂ ਨੂੰ ਲੱਗਦਾ ਆ ਮੇਰੇ ਘੱਟ ਨੇ, ਜਿੱਦਾਂ ਕਈਆਂ ਦੇ 40 ਤੋਂ ਵੀ ਜਾਂ ਮਤਲਬ ਘੱਟ ਮਾਰਕਸ ਨੇ, ਜੇ 2364 ਐਡ ਹੁੰਦਾ ਐਜ਼ ਵੈਲ ਹੈ, ਬਹੁਤ ਵਧੀਆ ਆ। ਨਹੀਂ ਤਾਂ 59-94 ਦੀ ਜਿਹੜੀ ਤਿਆਰੀ ਆ ਉਹ ਸ਼ੁਰੂ ਕਰ ਦਿੱਤੀ ਜਾਵੇ। ਜਿਹੜੇ ਅੰਡਰ 40 ਨੇ, ਇਹੀ ਸਾਥੀਓ ਇਹਦਾ ਹੱਲ ਹੈ। ਬਾਕੀ ਕਿਉਂਕਿ ਜੇ ਅਸੀਂ NCT ਦੀ ਗਾਈਡਲਾਈਨ ਸਾਡੇ ਹੱਥ 'ਚ ਆ ਜਾਂਦੀ ਆ ਤੇ ਸਾਡੀ ਸਾਰੀ ਜਿਹੜੀ ਪਾਵਰ ਸਟੇਟ ਗੌਰਮੈਂਟ ਕੋਲ ਆ ਜਾਏਗੀ ਤੇ ਫਿਰ ਯੂਨੀਅਨ ਵੱਲੋਂ ਸਟੇਟ 'ਤੇ ਪ੍ਰੈਸ਼ਰ ਪਾ ਕੇ ਹੋਰ ਵੀ ਪੋਸਟਾਂ ਲਈਆਂ ਜਾਣਗੀਆਂ ਤੇ ਹਰ ਇੱਕ ਸਾਥੀ ETT ਦਾ ਜੋਬ 'ਤੇ ਲੱਗ ਜਾਵੇਗਾ। ਸਾਥੀਓ ਮੈਰਿਟ ਇਸ ਲਈ ਬਹੁਤ ਡਾਊਨ ਜਾਵੇਗੀ, ਟੈਨਸ਼ਨ ਨਾ ਲਓ। ਅਜੇ ਬਹੁਤ ਸਾਰੀਆਂ ਘੁੰਡੀਆਂ ਨੇ, ਬਹੁਤ ਸਾਰੇ ਮਾਪਦੰਡ ਨੇ, ਬਹੁਤ ਸਾਰੀਆਂ ਛਾਨਣੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਲ ਮੈਰਿਟ ਅਜੇ ਬਹੁਤ ਡਾਊਨ ਜਾਣੀ ਆ। ਇਸ ਲਈ ਵਿਸ਼ਵਾਸ ਬਣਾ ਕੇ ਰੱਖੋ, ਯੂਨੀਅਨ ਦਾ ਸਾਥ ਦਿਓ। ਜਿੱਥੇ ਵੀ ਕਿਤੇ ਤੁਹਾਨੂੰ ਕਾਲ ਆਉਂਦੀ ਆ ਨਾਲ ਚਲੋ, ਸਹਿਯੋਗ ਦਿਓ ਯੂਨੀਅਨ ਦਾ। ਜੋਬ ਹਰ ਸਾਥੀ ਨੂੰ ਮਿਲੇਗੀ, ਹਰ ਸਾਥੀ ਨੂੰ ਨੌਕਰੀ ਮਿਲੇਗੀ ਜਿਹਨੇ ਸੰਘਰਸ਼ ਕੀਤਾ ਆ। ਧੰਨਵਾਦ ਸਾਥੀਓ। ਹੋਰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਵਾਸਤੇ ਚੈਨਲ ਨਾਲ ਜੁੜੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਸਾਥੀਓ।